इस चैनल को सब्सक्राइब करें और घंटा दबाना ना भूलें। मारा गया था क्रूस पर, छेदा गया था क्रूस पर, मारा गया था क्रूस पर, छेदा गया था क्रूस पर। मैं भी बचा तुम भी बचो, मैं भी बचा तुम भी बचो, यहोवा की सजाओं से यीशु सलीब पर मुआ, तेरे लिए मेरे लिए। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ 766ਵੇਂ ਸਵੇਰ ਦੇ ਮਨਨ ਵਿੱਚ ਅਸੀਂ ਆਪ ਦਾ ਸਵਾਗਤ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਵਚਨ ਦਾ ਮਨਨ ਕਰੀਏ, ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਕਿਰਪਾਲੂ ਮਿਹਰਬਾਨ ਪ੍ਰੇਮੀ ਪਰਮੇਸ਼ਵਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ, ਕਿਉਂਕਿ ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਹਰ ਪਲ ਦੇ ਵਿੱਚ ਆਪਣੀ ਭਲਾਈ ਸਾਡੇ ਜੀਵਨ ਦੇ ਵਿੱਚ ਕਰਦਾ ਹੈ ਕਿ ਅਸੀਂ ਤੇਰੇ ਨਾਮ ਨੂੰ ਆਦਰ, ਮਾਣ ਅਤੇ ਸਨਮਾਨ ਦੇ ਸਕੀਏ। ਉਹ ਪਰਮੇਸ਼ਰ ਪਿਤਾ, ਇਸ ਦਿਨ ਦੇ ਵਿੱਚ ਜੋ ਵਚਨ ਆਪ ਸਾਡੇ ਜੀਵਨ ਦੇ ਵਿੱਚ ਦੇਣ ਜਾ ਰਹੇ ਹੋ, ਉਸ ਦੇ ਨਾਲ ਅਸੀਂ ਆਪਣੇ ਜੀਵਨ ਦੇ ਵਿੱਚ ਆਤਮਿਕ ਸ਼ਾਂਤੀ ਅਤੇ ਪਰਮੇਸ਼ਰ ਪਿਤਾ ਤੇਰੇ ਕੋਲੋਂ ਆਤਮਿਕ ਵਰਦਾਨ ਦੀ ਭਰਪੂਰੀ ਪ੍ਰਾਪਤ ਕਰਦਿਆਂ ਹੋਇਆਂ ਤੇਰੇ ਵਿੱਚ ਅੱਗੇ ਵਧ ਸਕੀਏ। ਜੋ ਆਪਨੇ ਦਾਨ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਦਿੱਤਾ, ਉਸ ਦੇ ਲਈ ਧੰਨਵਾਦ। ਅਤੇ ਅਗਲੇ ਦਾਨ ਜੋ ਪਰਮੇਸ਼ਰ ਪਿਤਾ ਤੇਰੀ ਆਤਮਿਕ ਮਹਿਮਾ ਦੇ ਵਿੱਚ ਸਾਡੇ ਜੀਵਨ 'ਚ ਦਿੱਤੇ ਹੋਏ, ਉਹ ਅਸੀਂ ਤੇਰੇ ਕੋਲੋਂ ਪ੍ਰਾਪਤ ਕਰਦਿਆਂ ਹੋਇਆਂ ਤੇਰੇ ਨਾਮ ਦੇ ਵਿੱਚ ਤੇਰੀ ਮਹਿਮਾ ਕਰੀਏ। ਸਾਰਾ ਆਦਰ ਮਾਣ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ, ਸੁਣਨ ਵਾਲੇ ਨੂੰ, ਬੋਲਣ ਵਾਲੇ ਨੂੰ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੁਕਮ ਮੰਗਦੇ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਇਸ ਸਵੇਰ ਦੇ ਵੇਲੇ ਮੈਂ ਬਾਈਬਲ ਅਧਿਐਨ ਦਾ ਵਿਸ਼ਾ ਲਿਆ ਹੈ, ਉਹ ਹੈ ਵਿਵਸਥਾ ਸਾਰ ਦੀ ਪੁਸਤਕ 15 ਅਧਿਆਇ, ਉਸ ਦੀ 3 ਅਤੇ 4 ਆਇਤ ਵਿੱਚੋਂ। ਇੱਥੇ ਲਿਖਿਆ ਹੈ, ਓਪਰੇ ਤੋਂ ਤੁਸੀਂ ਉਗਰਾਹ ਲਵੋ, ਪਰ ਜੋ ਕੁਝ ਤੁਹਾਡੇ ਕੋਲ ਤੁਹਾਡੇ ਭਰਾ ਵੱਲ ਹੈ, ਤੁਸੀਂ ਆਪਣੇ ਹੱਥੀਂ ਉਸ ਨੂੰ ਛੱਡ ਦਿਓ। ਤਦ ਤੁਹਾਡੇ ਵਿੱਚ ਕੋਈ ਕੰਗਾਲ ਨਾ ਰਹੇਗਾ, ਕਿਉਂਕਿ ਯਹੋਵਾ ਤੁਹਾਨੂੰ ਆਪਣੀ ਧਰਤੀ ਵਿੱਚ ਬਰਕਤ ਦੇਵੇਗਾ, ਜਿਹੜੀ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ ਕਬਜ਼ਾ ਕਰਕੇ ਮਿਲਕ ਦੇਣ ਵਾਲਾ ਹੈ। ਇਹ ਜਦੋਂ ਅਸੀਂ ਵਚਨ ਪੜ੍ਹ ਰਹੇ ਹਾਂ, ਇਸ ਵਚਨ ਦੇ ਵਿੱਚ ਪਰਮੇਸ਼ਰ ਦੀ ਸੱਚਾਈ ਨੂੰ ਮੈਂ ਆਪ ਦੇ ਅੱਗੇ ਧਰਨਾ ਚਾਹੁੰਦਾ ਹਾਂ, ਜਿਸ ਨਾਲ ਕਿ ਅਸੀਂ ਪਰਮੇਸ਼ਰ ਦੀ ਮਹਿਮਾ, ਪਰਮੇਸ਼ਰ ਦੀ ਵਡਿਆਈ ਕਰ ਸਕੀਏ। ਇਸ ਵਿੱਚ ਜੋ ਇੱਕ ਖਾਸ ਗੱਲ ਦਿੱਤੀ ਗਈ ਹੈ ਕਿ ਤੁਹਾਡੇ ਵਿੱਚੋਂ ਕੋਈ ਕੰਗਾਲ ਨਾ ਰਹੇਗਾ। ਅੱਜ ਦਾ ਜੋ ਮੇਰਾ ਵਿਸ਼ਾ ਹੈ, ਮੈਨੂੰ ਇਸ ਵਿੱਚੋਂ ਮਿਲਿਆ ਹੈ, ਉਹ ਹੈ ਪ੍ਰਭੂ ਸਾਨੂੰ ਕੰਗਾਲਾਂ ਨੂੰ ਧਨੀ ਬਣਾਉਂਦਾ ਹੈ। ਪ੍ਰਭੂ ਸਾਨੂੰ ਕੰਗਾਲਾਂ ਨੂੰ ਧਨੀ ਬਣਾਉਂਦਾ ਹੈ। ਜਦੋਂ ਮੈਂ ਇਸ ਵਿੱਚ ਪੜ੍ਹ ਰਿਹਾ ਸੀ ਤਾਂ ਇਸ ਵਿੱਚ ਕੁਝ ਗੱਲਾਂ ਹੈ ਜਿਹੜੀਆਂ ਮੈਂ ਨੋਟ ਕੀਤੀਆਂ, ਮੈਂ ਉਹ ਆਪ ਦੇ ਨਾਲ ਵੰਡਣਾ ਚਾਹੁੰਦਾ ਹਾਂ, ਕਿਉਂਕਿ ਉਹ ਇੱਕ ਸੱਚਾਈ ਹੈ ਜਿਹੜੀ ਸਾਡੇ ਜੀਵਨ ਦੇ ਵਿੱਚ ਸਾਨੂੰ ਪਤਾ ਹੋਣੀ ਚਾਹੀਦੀ ਹੈ। ਮੈਂ ਜਦੋਂ ਛੋਟਾ ਸਾਂ, ਅਸੀਂ ਖੇਤੀਬਾੜੀ ਕਰਦੇ ਸਾਂ। ਸਾਡੇ ਪਰਿਵਾਰ ਦੇ 5 ਸਾਲ ਆਪਣਾ ਖੇਤੀ ਕਰਨ ਤੋਂ ਬਾਅਦ 1 ਸਾਲ ਛੱਡ ਦਿੰਦੇ ਹੁੰਦੇ ਸੀ, ਔਰ ਉਹ ਜਿਹੜਾ ਸਾਲ ਛੱਡਦੇ ਸੀ ਉਹ ਉਹਨਾਂ ਵਿਅਕਤੀਆਂ ਦੇ ਲਈ ਛੱਡ ਦਿੰਦੇ ਸੀ ਜਿਹੜੇ ਵਿਅਕਤੀ ਕੰਮ ਨਹੀਂ ਕਰਦੇ, ਜਿਨ੍ਹਾਂ ਕੋਲ ਧੰਦਾ ਨਹੀਂ ਸੀ, ਉਹਨਾਂ ਦੇ ਲਈ। ਔਰ ਜ਼ਮੀਨ ਨੂੰ ਅਸੀਂ ਆਰਾਮ ਦੇਣ ਦੇ ਲਈ ਵੀ ਦੂਸਰੇ ਪਾਸੇ ਇਸ ਨੂੰ ਦੇ ਦਿੰਦੇ ਹੁੰਦੇ ਸੀ। ਇਹ ਇੱਕ ਬਹੁਤ ਦਿਲਚਸਪ ਘਟਨਾ ਹੈ ਜੋ ਵਿਵਸਥਾ ਸਾਰ ਦੇ ਵਿੱਚ ਪਰਮੇਸ਼ਵਰ ਨੇ ਆਪਣਾ ਲਾ ਆਪਣੇ ਲੋਕਾਂ ਨੂੰ ਦਿੱਤਾ, ਔਰ ਉਸ ਵਿੱਚ ਲਿਖਿਆ ਹੈ ਕਿ ਪਰ ਜੋ ਕੁਝ ਤੁਹਾਡੇ ਭਰਾ ਵੱਲ ਹੈ, ਤੁਸੀਂ ਆਪਣੀ ਹੱਥੀਂ ਉਸ ਨੂੰ ਛੱਡ ਦਿਓ।
जद परमेश्वर सारे कर्जे तो छुटकारे की गल करता है तद एक दिलचस्प विचार सामने आता है। वो की है कि परमेश्वर कहता है कि छड्या जाना जरूर होवे। बहुते घट लोग ने जिहड़े छड्डदे ने, और मैं इस गल दे उत्ते बहुत सारे मेरे को तजर्बे है, बहुत सारे अजिहे मेरे को विचार है जिहड़े मैं अपने समाज दे विच अपने लोकां दे विच देखदा हाँ कि वो अपने भरावां दे कर्ज नूं माफ नहीं करते, उन्हां तों मंगण दे लई उन्हां दे पिछे लगे रहंदे हन। इत्थे परमेश्वर कहंदा है कि तुहाडे विच ये गल जरूर है कि छड्डिया जाना जरूर होवे। और एक गल होर वो कहंदा है तद तुहाडे विच कोई कंगाल ना रहेगा। परमेश्वर सर्वत सृष्टि नूं जिहड़ी उसने साजी है, मनुख जाति नूं कंगाल नहीं देखना चाहता है, क्योंकि ओहदी है। वो चाहता है कि उस विच सभे धनी हो जाण। ये नियम इसराइल नूं परमेश्वर ने इसलिए दिता सी। पर असी की देखते हैं, जां तुहाडे विच किसे नूं कोई थुड़ होवे, परमेश्वर दी सोच सी कि उस दे विचाले कोई कंगाल ना होवे। जे किसी को थुड़ है तो उहदे विच भी भरपूरी होवे। इस करके जदों असी व्यवस्था सार दी पुस्तक जिस दे विच परमेश्वर अपने लोकां नूं धनी करन दा एक देश उन्हां दे जीवन दे विच दिंदा है, वो है व्यवस्था सार दी पुस्तक 8 अध्याय। जदों उस दी मैं 7 अते 8 आयत नूं पढ़दा हाँ, 7 दी 11 तक ये मैं पिछले दिनों दे विच भी अपने असैम्बली दे विच इस दे बारे मैं एक अध्ययन दिंदा रहा, क्योंकि बहुत सारे लोग है जिहड़े परमेश्वर दे घर तो परमेश्वर दी महिमा तो दूर रहिंदे आ। परमेश्वर ने उन्हां लई एक वचन उन्हां दे जीवन दे विच आशीष दे लई दिता होया। इत्थे इस तरह लिखिया है, क्यों जो यहोवा तुहाडा परमेश्वर तुहानूं एक चंगी धरती विच ले जा रहा है, एक धरती जिथे पानी दे नाले चश्मे अते डूंघे सोते हन जिहड़े दूणा अते पहाड़ां विच वगदे हन, एक धरती जिथे कणक जौ अंगूर अते हंजीर अते अनार हुंदे हन, एक धरती जिथे जैतून दा तेल अते शहद हुंदा है, एक धरती जिस दे विच तुसीं तंगी दी रोटी ना खाओगे अते उत्थे तुहानूं किसी चीज दी थुड़ ना होवेगी, एक धरती जिहदे पत्थर लोहे दे हन अते जिहदियां पहाड़ियां नूं पुट के तुसीं तांबा कढोगे, तुसीं रज के खाओगे ते यहोवा अपने परमेश्वर नूं उस चंगी धरती दे कारण जिहड़ी उसने तुहानूं देती है मुबारक आखोगे, धन आखोगे। चौकस रहो, मते तुसीं परमेश्वर अपने परमेश्वर नूं विसर जाओ अते उहदे हुक्मां अते कानूनां अते विधियां नूं जिन्हां दा मैं अज तुहानूं हुक्म दिंदा है ना मन्नो, तां इह वस्तां तुहाडे जीवन विच नहीं होणगीਆਂ। कंगाली दे विच भरपूरी देण दे लई परमेश्वर ने इसराइल दा एक देश दिता, वो देश जिहड़ा सब चीज़ां नाल भरपूर सी, पर वो उन्हां दे विच स्थिर ना रह सके। और मैं देखदा सारी देखभाल ते परमेश्वर दीयां बरकतां दे बावजूद उत्थे दे लोग गरीब सन। ये बड़ी दिलचस्प गल है, सारी भरपूरी सी उस जगह च, फिर भी उहदे लोग गरीब सन। क्यों? क्योंकि उहदे हुक्म दी पालना नहीं सी कर रहे, क्योंकि उहदी शरह नूं पूरा नहीं सी कर रहे। इस करके उन्हां दे विच गरीबी बढ़ती जा रही सी, उन्हां दे विच कंगाली आउंदी जा रही सी। मैं मेरे भैण भरा, मैं आपनूं एक गल दसना चाहुंदा हां, और ये गल इंपॉर्टेंट है। जदों असीं पाप नूं जाणदे हां और पाप नूं समझदे हां, पाप दे बारे साडे कोल ज्ञान है,
ਔਰ ਉਸ ਪਾਪ ਨੂੰ ਜਾਣਦੇ ਹੋਏ ਵੀ ਜੇ ਅਸੀਂ ਪਾਪ ਦੇ ਨਾਲ ਮਿਲ ਰਹੇ ਹਾਂ, ਕੰਪਰੋਮਾਈਜ਼ ਕਰ ਰਹੇ ਹਾਂ, ਤਾਂ ਕੰਗਾਲੀ ਸਾਡੇ ਜੀਵਨ ਦੇ ਵਿੱਚ। ਯਾਦ ਰੱਖਣਾ, ਇਹ ਬਹੁਤ ਵੱਡੀ ਗੱਲ ਹੈ। ਪਰਮੇਸ਼ਰ ਆਪਣੇ ਲੋਕਾਂ ਨੂੰ ਕੰਗਾਲ ਨਹੀਂ ਕਰਦਾ ਹੈ, ਪਰ ਉਹਦੇ ਲੋਕ ਆਪ ਕੰਗਾਲ ਹੁੰਦੇ ਆ ਔਰ ਕੰਗਾਲੀ ਦੀ ਅਵਸਥਾ ਦੇ ਵਿੱਚ ਚਲੇ ਜਾਂਦੇ ਆ। ਇਸਰਾਇਲ ਦਾ ਇਹੋ ਹਾਲ ਸੀ। ਇਸਰਾਇਲ ਨੂੰ ਪਰਮੇਸ਼ਰ ਨੇ ਉਹ ਧਰਤੀ ਦਿੱਤੀ ਸੀ ਜਿੱਥੇ ਦੁੱਧ ਅਤੇ ਮਧੂ ਦੀਆਂ ਧਾਰਾਵਾਂ ਵਗਦੀਆਂ ਹੈ, ਜਿਸ ਦੇ ਵਿੱਚ ਖਣਿਜ ਅਤੇ ਪਦਾਰਥ ਸੀ, ਜਿਸ ਦੀ ਧਰਤੀ ਫਲਾਂ ਦੇ ਨਾਲ ਉਪਜਾਊ ਸੀ, ਜਿਸ ਦੀ ਧਰਤੀ ਫਸਲ ਦੇ ਨਾਲ ਉਪਜਾਊ ਸੀ, ਕਿਸੇ ਗੱਲ ਦੀ ਕਮੀ ਨਹੀਂ ਸੀ। ਪਰ ਫਿਰ ਵੀ ਉਹ ਲੋਕ ਕੰਗਾਲ ਸੀ, ਫਿਰ ਵੀ ਉਹ ਲੋਕ ਗਰੀਬ ਸੀ। ਕਿਉਂ? ਕਿਉਂਕਿ ਉਹਨਾਂ ਨੇ ਪਰਮੇਸ਼ਰ ਦੇ ਵਿਰੁੱਧ ਜਾਣਦੇ ਹੋਏ ਪਾਪ ਕੀਤਾ ਸੀ। ਪਰਮੇਸ਼ਰ ਨੇ ਸ਼ਰ੍ਹਾ ਦਿੱਤੀ ਸੀ, ਫਿਰ ਵੀ ਜਾਣਦੇ ਹੋਏ ਪਾਪ ਕਰ ਰਹੇ ਸੀ। ਅੱਜ ਦੇ ਸਮੇਂ ਦੇ ਵਿੱਚ ਵੀ ਇਹੀ ਹਾਲਾਤ ਹੈ। ਮੈਂ ਆਪ ਨੂੰ ਜਦੋਂ ਇਸ ਵਚਨ ਨੂੰ ਪੜ੍ਹ ਰਿਹਾ ਸੀ ਕਿ ਹਰੇਕ ਦੇਸ਼ ਵਿੱਚ ਮਿਰਾਸ ਨਹੀਂ ਮਿਲੀ, ਪਰਮੇਸ਼ਰ ਨੇ ਦਿੱਤੀ ਉਹਨਾਂ ਨੂੰ। ਜਿੱਥੇ ਜਿੱਥੇ ਚੇਲੇ ਗਏ, ਜਿੱਥੇ ਜਿੱਥੇ ਉਹਨਾਂ ਨੇ ਪ੍ਰਚਾਰ ਕੀਤਾ, ਪਰਮੇਸ਼ਰ ਨੇ ਉਹਨਾਂ ਦੇ ਲਈ ਕੋਈ ਕਮੀ ਨਹੀਂ ਛੱਡੀ, ਕੋਈ ਕਸਰ ਨਹੀਂ ਛੱਡੀ। ਪਰ ਜਦੋਂ ਉਹਨਾਂ ਨੇ ਪਰਮੇਸ਼ਰ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ, ਤਾਂ ਉਹ ਆਪਣੇ ਆਪ ਦੇ ਵਿੱਚ ਗਰੀਬ ਹੋ ਗਏ, ਆਪਣੇ ਆਪ ਦੇ ਵਿੱਚ ਗਰੀਬ ਹੋ ਗਏ। ਔਰ ਮੈਂ ਸਮਝਦਾ ਹਾਂ ਢਿੱਲਾ ਹੱਥ ਕੰਗਾਲ ਕਰਦਾ ਹੈ। ਇਹਨਾਂ ਦਿਨਾਂ ਦੇ ਵਿੱਚ ਸਾਡੇ ਚਰਚ ਹਾਲ ਬਣ ਰਿਹਾ ਹੈ, ਉਸ ਦੀ ਕੁਝ ਜ਼ਰੂਰਤਾਂ ਹੈ, ਪਰ ਮੈਂ ਇਸ ਗੱਲ ਦੇ ਉੱਤੇ ਜ਼ੋਰ ਲਾ ਰਿਹਾ ਹਾਂ ਕਿ ਪਰਮੇਸ਼ਰ ਇਸ ਕਾਰਜ ਨੂੰ ਕਰੇਗਾ। ਸਾਡੇ ਹੱਥ ਢਿੱਲੇ ਨੇ। ਪਰ ਕਈ ਆਪਣਾ ਭਾਜੀ ਕਿੱਦਾਂ ਹੋਊਗਾ, ਕੌਣ ਕਰੂਗਾ, ਕਿੱਦਾਂ ਕਰੂਗਾ। ਫਿਰ ਮੈਂ ਆਵਾਜ਼ ਦਿੰਦਾ ਹਾਂ, ਜਦੋਂ ਇਸਰਾਇਲ ਦੀ ਸ਼ਹਿਰਪਨਾਹ ਬਣ ਰਹੀ ਸੀ ਤਾਂ ਲੋਕੀ ਮਿਹਣੇ ਮਾਰ ਰਹੇ ਸੀ, ਲੈ ਇਹਨਾਂ ਦੀਆਂ ਕੰਧਾਂ 'ਚ ਗਿੱਦੜ ਚੜ ਜਾਣ ਤਾਂ ਇਹ ਢਹਿ ਪੈਣਗੀਆਂ। ਪਰ ਨਹਿਮਿਆ, ਐਜ਼ਰਾ, ਜ਼ਰੁਬਾਬੇਲ, ਇਹ ਤਿੰਨ ਵਿਅਕਤੀ ਸੀ ਜਿਨ੍ਹਾਂ ਨੇ ਉਸ ਪੂਰੀ ਪ੍ਰਜਾ ਨੂੰ ਹੌਸਲਾ ਦਿੱਤਾ ਔਰ ਉਹਨਾਂ ਦੇ ਲਈ ਐਜ਼ਰਾ ਉਪਦੇਸ਼ ਦਿੰਦਾ ਰਿਹਾ ਅਤੇ ਨਹਿਮਿਆ ਪ੍ਰਾਰਥਨਾ ਕਰਦਾ ਰਿਹਾ, ਜ਼ਰੁਬਾਬੇਲ ਕੰਮ ਦੇ ਵਿੱਚ ਅਗਵਾਈ ਕਰਦਾ ਰਿਹਾ ਔਰ ਇਸਰਾਇਲ ਦਾ ਭਵਨ ਬਣ ਗਿਆ। ਕੋਈ ਕਮੀ ਨਹੀਂ ਰਹੀ। ਮੁੜੋ ਤਾਂ ਪਰਮੇਸ਼ਵਰ ਧਨੀ ਕਰ ਦਿੰਦਾ ਹੈ। ਜੇ ਹੱਥ ਢਿੱਲੇ ਛੱਡ ਦੋ, ਹਾਏ ਕਿੱਦਾਂ ਹੋਊਗਾ, ਕੀ ਕਰੂ। ਸਾਡੇ ਘਰ 'ਚ ਗਰੀਬੀ ਹੈ ਹੀ, ਸਾਡੇ ਜੀਵਨ 'ਚ ਵੀ ਗਰੀਬੀ ਆ ਗਈ, ਸਾਡੇ ਆਤਮਿਕ ਜੀਵਨ 'ਚ ਵੀ ਗਰੀਬੀ ਆ ਗਈ। ਪਰਮੇਸ਼ਵਰ ਇਸ ਜਗ੍ਹਾ ਦੇ ਉੱਤੇ ਕਹਿ ਰਿਹਾ ਹੈ, ਪਰ ਜੋ ਕੁਝ ਤੁਹਾਡੇ ਭਰਾ ਵੱਲ ਹੈ, ਤੁਸੀਂ ਆਪਣੇ ਹੱਥੀਂ ਉਹਨੂੰ ਛੱਡ ਦਿਓ। ਜੇ ਤੇਰੇ ਕੋਲ ਹੈ ਤਾਂ ਆਪਣੇ ਭਰਾ ਨੂੰ ਦੇ, ਹੱਥ ਘੁੱਟ ਕੇ ਨਾ ਰੱਖ। ਇਸਰਾਇਲ ਨੂੰ ਪਰਮੇਸ਼ਰ ਨੇ ਕਿਹਾ ਸੀ ਔਰ ਇਹੀ ਚੀਜ਼ ਪ੍ਰਭੂ ਯਿਸੂ ਮਸੀਹ ਨੇ ਵੀ ਆਪਣੇ ਚੇਲਿਆਂ ਨੂੰ ਆਖੀ। ਢਿੱਲਾ ਹੱਥ ਕੰਗਾਲ ਕਰਦਾ ਹੈ, ਪਰ ਉਦਮੀ ਦਾ ਹੱਥ ਧਨੀ ਬਣਾ ਦਿੰਦਾ। ਉਦਮੀ ਦਾ ਹੱਥ ਮਤਲਬ ਮਿਹਨਤ ਕਸ਼ ਦਾ ਜਿਹੜਾ ਹੱਥ ਹੈ ਉਸ ਨੂੰ ਧਨੀ ਬਣਾ ਕੇ ਰੱਖ ਦਿੰਦਾ ਹੈ। ਪਰਮੇਸ਼ਰ ਨੇ ਸਾਨੂੰ ਆਲਸ ਬੱਚੇ ਨਹੀਂ ਬਣਾਇਆ ਹੈ, ਪ੍ਰਭੂ ਯਿਸੂ ਮਸੀਹ ਦੇ ਵਿੱਚ ਸਾਨੂੰ ਜਾਗਰਿਤ ਅਤੇ ਸਜਗ ਵਿਸ਼ਵਾਸੀ ਬਣਾਇਆ। ਜਦੋਂ ਅਸੀਂ ਵਿਸ਼ਵਾਸ ਕਰਦੇ ਹਾਂ ਤਦ ਮੈਂ ਇਸ ਵਿੱਚ ਜਦੋਂ ਕਹਾਵਤਾਂ 10:4 ਪੜ੍ਹਦਾ ਤਾਂ ਉਹਦੇ ਵਿੱਚ ਇਹੀ ਕਹਿੰਦਾ ਹੈ, ਢਿੱਲਾ ਹੱਥ ਕੰਗਾਲ ਕਰਦਾ ਹੈ, ਪਰ ਉਦਮੀ ਦਾ ਹੱਥ ਉਸ ਨੂੰ ਧਨੀ ਬਣਾ ਦਿੰਦਾ। ਤੇ ਅਸੀਂ ਪ੍ਰਭੂ ਵਿੱਚ ਕੀ ਆ, ਉਦਮੀ ਆ ਜਾਂ ਢਿੱਲੇ ਹੱਥ ਵਾਲੇ ਆਲਸੀ ਆ? ਇਹ ਗੱਲ ਸਾਨੂੰ ਸੋਚਣੀ। ਸਾਡੇ ਲਈ ਨੈਤਿਕ ਸ਼ਬਦ ਸਪਸ਼ਟ ਹੈ ਇਸ ਵਚਨ ਦੇ ਵਿੱਚ। ਸਾਨੂੰ ਵੀ ਮਸੀਹ ਵਿੱਚ ਸਵਰਗੀ ਥਾਵਾਂ ਵਿੱਚ ਸਭ ਪ੍ਰਕਾਰ ਦੀਆਂ ਆਤਮਿਕ ਬਰਕਤਾਂ ਨਾਲ ਬਰਕਤ ਦਿੱਤੀ ਹੈ। ਆਪਸੀਆਂ 1:3 ਦੇ ਵਿੱਚ ਪੌਲਸ ਰਸੂਲ ਆਤਮਾ ਦੇ ਰਾਹੀਂ ਸਾਨੂੰ ਕਹਿ ਰਿਹਾ ਹੈ, ਸਾਨੂੰ ਕੰਗਾਲ ਨਹੀਂ ਛੱਡਿਆ ਗਿਆ, ਪਰ ਅਸੀਂ ਕੰਗਾਲ ਬਣਦੇ ਹਾਂ। ਕਿਵੇਂ ਬਣਦੇ ਹਾਂ?
ਇਸ ਤੋਂ ਵੱਧ ਪਰਮੇਸ਼ਵਰ ਨੇ ਜਦੋਂ ਆਤਮਿਕ ਬਰਕਤਾਂ ਦਿੱਤੀਆਂ ਤਾਂ ਪਰਮੇਸ਼ਵਰ ਨੇ ਸਾਨੂੰ ਆਪਣਾ ਪਵਿੱਤਰ ਆਤਮਾ ਹਰ ਇੱਕ ਵਿਸ਼ਵਾਸੀ ਨੂੰ ਦਿੱਤਾ ਅਤੇ ਜਿਹੜਾ ਉਸ ਵਿੱਚ ਵਾਸ ਕਰਦਾ ਹੈ ਅਤੇ ਉਸ ਨੂੰ ਇਸ ਲਾਇਕ ਬਣਾਉਂਦਾ ਹੈ ਕਿ ਉਹ ਪਰਮੇਸ਼ਰ ਵਿੱਚ ਉਦਮ ਕਮਾਉਂਦਾ ਹੋਇਆ ਉਸ ਵਿੱਚ ਧਨੀ ਹੋ ਜਾਏ। ਕਿੰਨੀ ਵੱਡੀ ਗੱਲ ਹੈ, ਕੋਈ ਛੋਟੀ ਗੱਲ ਨਹੀਂ, ਕੋਈ ਆਦਤ ਨਹੀਂ। ਮੇਰੇ ਪ੍ਰਭੂ ਨੇ, ਮੇਰਾ ਪ੍ਰਭੂ, ਅਸੀਂ ਕੰਗਾਲ ਸੀ ਪਾਪ ਦੇ ਕਾਰਨ, ਅਸੀਂ ਪਾਪ ਦੇ ਕਾਰਨ ਆਪਣੇ ਵਿੱਚ ਸੁੱਕ ਚੁੱਕੇ ਸੀ। ਪਾਪ ਦੀਆਂ ਸੋਚਾਂ ਨੇ ਸਾਨੂੰ ਵਿਨਾਸ਼ ਵਿੱਚ ਲੈ ਆਂਦਾ ਸੀ। ਪਾਪ ਦੇ ਸਾਡੇ ਜੀਵਨ ਦੇ ਕੰਮਾਂ ਨੇ ਸਾਨੂੰ ਵਿਨਾਸ਼ ਵੱਲ ਧੱਕ ਦਿੱਤਾ ਸੀ। ਪਰ ਧੰਨਵਾਦ ਹੈ ਪਰਮੇਸ਼ਵਰ ਦਾ, ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਦਾ, ਜਿਸ ਨੇ ਸਾਨੂੰ ਕਾਲਵਰੀ ਕਰੂਸ ਦੇ ਉੱਤੇ ਇਸ ਪਾਪ ਤੋਂ ਜਿੱਤ ਦਿੱਤੀ। ਬਾਈਬਲ ਦੇ ਵਿੱਚ ਮੈਂ ਉਹ ਵਚਨ ਪੜ੍ਹਨਾ ਚਾਹੁੰਦਾ ਹਾਂ ਜਿੱਥੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਪੌਲਸ ਰਸੂਲ ਕੀ ਕਹਿੰਦਾ ਹੈ, ਜਦੋਂ ਅਸੀਂ ਦੂਸਰਾ ਕਰੰਥੀਆਂ 8 ਅਧਿਆਇ ਦੀ 9 ਆਇਤ ਪੜ੍ਹਦੇ ਹਾਂ, ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ, ਜੋ ਭਾਵੇਂ ਉਹ ਧਨੀ ਸੀ ਪਰ ਤੁਹਾਡੇ ਲਈ ਕੰਗਾਲ ਬਣਿਆ ਕਿ ਤੁਸੀਂ ਉਸ ਦੀ ਕੰਗਾਲੀ ਤੋਂ ਧਨੀ ਹੋ ਜਾਓ। ਉਹ ਧਨੀ ਸੀ ਪਰ ਮੇਰੀ ਖਾਤਰ ਕੰਗਾਲ ਹੋਇਆ। ਕਿੱਥੇ? ਜਦੋਂ ਅਸੀਂ ਫਿਲਿੱਪੀਆਂ ਦੀ ਪੁਸਤਕ 2 ਅਧਿਆਏ ਉਸ ਦੀ 6 ਤੋਂ 8 ਪੜ੍ਹਦੇ ਹਾਂ, ਉਸਨੇ ਆਪਣੇ ਆਪ ਨੂੰ ਸ਼ੁੰਨ ਕਰ ਦਿੱਤਾ, ਖਾਲੀ ਕਰ ਦਿੱਤਾ। ਕਿਹਦੇ ਲਈ? ਮੇਰੇ ਲਈ, ਮੇਰੇ ਪਾਪੀ ਦੇ ਲਈ, ਕਿ ਮੈਂ ਉਸ ਵਿੱਚ ਧਨੀ ਹੋ ਜਾਵਾਂ। ਉਹ ਮੇਰੇ ਪਾਪਾਂ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਮਾਰਿਆ ਗਿਆ, ਦਫਨ ਕੀਤਾ ਗਿਆ ਤੇ ਤੀਸਰੇ ਦਿਹਾੜੇ ਜੀ ਉੱਠਿਆ। ਉਹ ਮੇਰਾ ਪ੍ਰਭੂ ਹੈ। ਜਦੋਂ ਮੈਂ ਵਿਸ਼ਵਾਸ ਕਰਦਾ ਹਾਂ ਤਾਂ ਸਵਰਗੀ ਸਭ ਪ੍ਰਕਾਰ ਦੀਆਂ ਬਰਕਤਾਂ ਦਾ ਮੈਂ ਭਾਗੀਦਾਰ ਹੋ ਜਾਣਾ ਯਿਸੂ ਮਸੀਹ ਦੇ ਵਿੱਚ, ਜਿਸ ਦਾ ਪੌਲਸ ਰਸੂਲ ਅਫਸੀਆਂ 1:3 ਦੇ ਵਿੱਚ ਕਹਿੰਦਾ ਹੈ, ਮੁਬਾਰਕ ਹੋਵੇ ਸਾਡੇ ਯਿਸੂ ਮਸੀਹ ਦਾ ਪਰਮੇਸ਼ਵਰ, ਜਿਨੇ ਸਾਨੂੰ ਉਸ ਵਿੱਚ ਸਭ ਪ੍ਰਕਾਰ ਦੀਆਂ ਆਤਮਿਕ ਬਰਕਤਾਂ ਨਾਲ ਬਰਕਤ ਦਿੱਤੀ ਹੈ। ਪਰ ਜੇ ਉਸ ਦੇ ਬਲੀਦਾਨ ਦੇ ਵਿੱਚ ਰਹਿੰਦੇ ਹੋਏ ਵੀ ਅਸੀਂ ਪਾਪ ਦੇ ਨਾਲ ਕੰਪਰੋਮਾਈਜ਼ ਕਰਦੇ ਹਾਂ ਤਾਂ ਪਿਆਰੋ ਸਾਡੇ ਜੀਵਨ ਦੇ ਵਿੱਚ ਕੰਗਾਲ ਮਤਲਬ ਖਾਲੀ ਪਾਣਾ। ਫਿਰ ਅਸੀਂ ਗਰੀਬ ਹਾਂ, ਫਿਰ ਅਸੀਂ ਕਹਿੰਦੇ ਹਾਂ ਸਾਡੇ ਕੋਲ ਆ ਨਹੀਂ ਆ, ਸਾਡੇ ਕੋਲ ਆ ਨਹੀਂ, ਅਸੀਂ ਰੋਂਦੇ ਹਾਂ, ਪਿੱਟਦੇ ਹਾਂ, ਤੁਸੀਂ ਸਾਡੇ ਲਈ ਪ੍ਰਾਰਥਨਾ ਕਰੋ। ਵਾਈ? ਪਰਮੇਸ਼ਰ ਨੇ ਤਾਂ ਸਭ ਕੁਝ ਦਿੱਤਾ ਹੈ ਪਰ ਸਾਨੂੰ ਮਿਲ ਕਿਉਂ ਨਹੀਂ ਰਿਹਾ? ਕੀ ਕਾਰਨ ਹੈ? ਕਾਰਨ ਸਿਨ। ਜੇ ਸਾਡੇ ਅੰਦਰ ਪਾਪ ਹੈ ਤਾਂ ਉਹਦੀ ਕੰਗਾਲੀ। ਮੈਂ ਆਪ ਨੂੰ ਇੱਕ ਚੀਜ਼ ਦੱਸ ਦੇਣਾ ਚਾਹੁੰਦਾ, ਕਲੀਸਿਆ ਨੂੰ ਸੰਬੋਧਨ ਕਰ ਦੇਣਾ ਚਾਹੁੰਦਾ, ਪਰਿਵਾਰ ਨੂੰ ਸੰਬੋਧਨ ਕਰ ਦੇਣਾ ਚਾਹੁੰਦਾ, ਤੁਹਾਡੇ ਵਿਅਕਤੀਗਤ ਜੀਵਨ ਨੂੰ ਸੰਬੋਧਨ ਕਰ ਦੇਣਾ ਚਾਹੁੰਦਾ। ਜੇ ਤੁਸੀਂ ਵਿਅਕਤੀਗਤ ਰੀਤੀ ਨਾਲ ਪਾਪ ਛੁਪਾ ਕੇ ਰੱਖਿਆ ਹੈ ਤਾਂ ਤੁਸੀਂ ਕੰਗਾਲ ਹੋ। ਜੇ ਪਰਿਵਾਰਿਕ ਰੀਤੀ ਨਾਲ ਤੁਸੀਂ ਪਾਪ ਛੁਪਾ ਕੇ ਰੱਖਿਆ ਤਾਂ ਪਰਿਵਾਰਿਕ ਰੀਤੀ ਨਾਲ ਕੰਗਾਲ ਹੋ। ਜੇ ਕਲੀਸਿਆਈ ਰੂਪੀ ਰੂਪ ਦੇ ਵਿੱਚ ਤੁਸੀਂ ਪਾਪ ਆਪਣੇ ਵਿੱਚ ਰੱਖਿਆ ਹੈ ਤਾਂ ਕਲੀਸਿਆਈ ਰੂਪ ਨਾਲ ਤੁਸੀਂ ਕੰਗਾਲ ਹੋ। ਯਾਦ ਰੱਖਣਾ ਮੇਰੀ ਇਸ ਗੱਲ ਨੂੰ। ਪਰਮੇਸ਼ਵਰ ਦੇ ਵਚਨ ਦੇ ਵਿੱਚ ਜਦੋਂ ਹਨਨਿਆ ਸਫੀਰਾ ਨੇ ਪਾਪ ਕੀਤਾ, ਪਤੀ ਪਤਨੀ ਨੇ ਪਾਪ ਕੀਤਾ, ਤਾਂ ਬਾਈਬਲ ਦੇ ਵਿੱਚ ਲਿਖਿਆ ਹੈ ਉਹ ਕੰਗਾਲ ਹੋ ਗਏ। ਬਾਈਬਲ ਦੇ ਵਿੱਚ ਪਰਮੇਸ਼ਵਰ ਦੇ ਦਾਸ ਨੇ ਕਿਹਾ, ਤੁਸੀਂ ਮੇਰੇ ਨਾਲ ਨਹੀਂ ਪਰਮੇਸ਼ਵਰ ਦੇ ਆਤਮਾ ਨਾਲ ਝੂਠ ਬੋਲਿਆ ਹੈ, ਤੁਸੀਂ ਪਰਮੇਸ਼ਵਰ ਦੇ ਆਤਮਾ ਨੂੰ ਖੇਦਿਤ ਕੀਤਾ ਹੈ, ਇਸ ਲਈ ਉਹ ਉਸੇ ਵੇਲੇ ਮਰ ਗਏ, ਕੰਗਾਲ ਹੋ ਗਏ। ਯਹੂਦਾ ਇਸਕਰਿਓਤੀ ਨੇ ਵਿਅਕਤੀਗਤ ਰੀਤੀ ਦੇ ਨਾਲ ਇਹ ਪਾਪ ਕੀਤਾ ਪ੍ਰਭੂ ਯਿਸੂ ਮਸੀਹ ਨੂੰ ਫੜਾਉਣ। ਉਹ ਵੀ ਧਨੀ ਹੁੰਦੇ ਹੋਏ, ਪ੍ਰਭੂ ਦਾ ਚੇਲਾ ਮਤਲਬ ਕਿ ਧਨੀ ਹੁੰਦੇ ਹੋਏ ਉਹ ਵੀ ਕੰਗਾਲ ਹੋ। ਪਿਆਰੋ, ਪਰਮੇਸ਼ਰ ਮੈਨੂੰ ਅਤੇ ਆਪ ਨੂੰ ਕੰਗਾਲ ਨਹੀਂ, ਧਨੀ ਹੋਣ ਦੇ ਲਈ ਉਸਨੇ ਆਪਣਾ ਜੀਵਨ ਦਿੱਤਾ ਹੈ ਤੇ ਉਸ ਜੀਵਨ ਨੂੰ ਵਿਅਰਥ ਨਾ ਕਰੋ। ਜੇ ਹਜੇ ਤੱਕ ਤੁਸੀਂ ਕੰਗਾਲ ਹੋ ਤਾਂ ਪ੍ਰਭੂ ਯਿਸੂ ਮਸੀਹ ਦੇ ਕੋਲ ਆਓ ਅਤੇ ਉਸ ਨੂੰ ਕਹੋ, ਪ੍ਰਭੂ ਤੂੰ ਮੇਰੇ ਪਾਪੀ ਦੇ ਲਈ ਮਾਰਿਆ ਗਿਆ, ਦਫਨ ਕੀਤਾ ਗਿਆ ਅਤੇ ਤੀਸਰੇ ਦਿਹਾੜੇ ਜੀ ਉੱਠਿਆ। ਹੁਣ ਤੂੰ ਮੇਰਾ ਪ੍ਰਭੂ ਹੈ, ਹੁਣ ਮੇਰਾ ਜੀਵਨ ਮੇਰਾ ਨਹੀਂ ਤੇਰਾ ਹੈ। ਜਦੋਂ ਅਸੀਂ ਇਹ ਕਹਿੰਦੇ ਹਾਂ ਮੇਰਾ ਜੀਵਨ ਮੇਰਾ ਨਹੀਂ ਤੇਰਾ ਹੈ, ਤਾਂ ਅਸੀਂ ਸੱਚਮੁੱਚ
ਸਵਰਗੀ ਆਤਮਿਕ ਬਰਕਤਾਂ ਦੇ ਨਾਲ ਧਨੀ ਹੋ ਜਾਂਦੇ ਆ, ਤੇ ਪਰਮੇਸ਼ਰ ਦਾ ਆਤਮਾ ਸਾਨੂੰ ਦਿਨ ਪ੍ਰਤੀ ਦਿਨ ਉਹਦੇ ਵਿੱਚ ਧਨੀ ਕਰਦਾ ਹੈ, ਕੰਗਾਲ ਨਹੀਂ ਕਰਦਾ। ਇਹ ਬਹੁਤ ਵੱਡੀ ਗੱਲ ਹੈ, ਇਹ ਬਹੁਤ ਵੱਡਾ ਭੇਤ ਹੈ, ਬਹੁਤ ਵੱਡਾ ਸੀਕਰਟ ਹੈ। ਇਸ ਗਰੀਬੀ ਤੋਂ ਅਲੱਗ ਕਾਰਨ ਹੋ ਸਕਦੇ ਆ, ਕੰਗਾਲੀ ਦੇ ਅਲੱਗ ਕਾਰਨ ਹੋ ਸਕਦੇ ਆ। ਇਹ ਸਰੀਰ ਦੇ ਅਨੁਸਾਰ ਚੱਲਣ ਦਾ ਕੰਗਾਲੀ ਹੈ, ਗਿਆਨ ਦੀ ਘਾਟ ਕੰਗਾਲੀ ਹੈ, ਜਾਂ ਸਮਝ ਦੀ ਘਾਟ ਇਹ ਕੰਗਾਲੀ ਹੈ। ਇਹ ਸਾਨੂੰ ਪਰਮੇਸ਼ਵਰ ਦੀ ਪਵਿੱਤਰਤਾ ਤੋਂ ਦੂਰ ਕਰਕੇ ਕੰਗਾਲ ਦੇ ਵਿੱਚ ਲੈ ਗਿਆ। ਜਦੋਂ ਅਸੀਂ ਇੱਕ ਪਾਪੀ ਦੇ ਨਾਲ ਸ਼ੇਕ ਹੈਂਡ ਕਰਦੇ ਹਾਂ ਨਾ, ਪਾਪੀ ਦਾ ਮਤਲਬ ਸੰਸਾਰ ਦੇ ਵਿੱਚ ਅਸੀਂ ਉਹਨਾਂ ਨਾਲ ਮਿਲਣਾ ਹੈ। ਪੌਲਸ ਕਹਿੰਦਾ ਇਸ ਹਿਸਾਬ ਨਾਲ ਅਸੀਂ ਬਾਹਰ ਨਿਕਲ ਜਾਈਏ, ਨਹੀਂ, ਉਹਨਾਂ ਦੇ ਵਿੱਚ ਰਹਿਣਾ ਹੈ। ਪਰ ਜੇ ਇੱਕ ਵਿਸ਼ਵਾਸੀ ਹੋ ਕੇ, ਵਿਸ਼ਵਾਸੀ ਪਤਾ ਹੈ ਪਾਪ ਦੇ ਵਿੱਚ ਹੈ, ਫਿਰ ਵੀ ਉਸਦੇ ਨਾਲ ਅਸੀਂ ਹੱਥ ਮਿਲਾ ਰਹੇ ਹਾਂ, ਪਿਆਰੋ ਬਾਈਬਲ ਦੱਸਦੀ ਹੈ ਤੁਸੀਂ ਕੰਗਾਲ ਹੋ ਜਾਓਗੇ। ਉਹ ਤਾਂ ਹੋ ਰਿਹਾ ਹੈ, ਪਰ ਤੁਸੀਂ ਕੰਗਾਲ ਹੋ ਜਾਓਗੇ। ਇਹ ਪਰਮੇਸ਼ਰ ਦਾ ਵਚਨ ਸਪਸ਼ਟ ਰੀਤੀ ਨਾਲ ਕਹਿੰਦਾ ਹੈ। ਇਸ ਲਈ ਆਪਣੇ ਜੀਵਨ ਦੇ ਵਿੱਚ ਉਸ ਗੱਲ ਤੋਂ ਪਛਤਾਤਾਪ ਕਰੋ, ਫਿਰੋ। ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਮੁੜ ਧਨੀ ਬਣਾ ਦੇਵਾਂਗਾ। ਦਾਊਦ ਬਾਦਸ਼ਾਹ ਨੇ ਪਾਪ ਕੀਤਾ, ਫਿਰਿਆ, ਪਰਮੇਸ਼ਰ ਨੇ ਉਸ ਦੀ ਰਾਜਗੱਦੀ ਨਹੀਂ ਡਿੱਗਣ ਦਿੱਤੀ, ਕਾਇਮ ਰੱਖੀ ਲਾਸਟ ਤੱਕ। ਯਾਦ ਰੱਖਣਾ ਮੇਰੀ ਗੱਲ, ਪਰਮੇਸ਼ਰ ਧਰਮੀ ਜਨ ਨੂੰ ਛੱਡਦਾ ਨਹੀਂ, ਉਹਨੂੰ ਫੜ ਲੈਂਦਾ ਹੈ। ਪਰ ਕੀ ਅਸੀਂ ਇਹ ਪਛਤਾਤਾਪ ਕਰ ਰਹੇ? ਕੀ ਅਸੀਂ ਇਸ ਤਰੀਕੇ ਨਾਲ ਮਿਲ ਰਹੇ ਹਾਂ? ਜੇ ਮਿਲ ਰਹੇ ਹਾਂ ਤਾਂ ਪਰਮੇਸ਼ਰ ਸੱਚਮੁੱਚ ਸਾਨੂੰ ਧਨੀ ਕਰੇਗਾ। ਇਸ ਲਈ ਬਾਈਬਲ ਦੱਸਦੀ ਹੈ, ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ, ਪਵਿੱਤਰ ਆਤਮਾ ਜਦੋਂ ਅਸੀਂ ਇਸ ਤਰ੍ਹਾਂ ਕੰਮ ਕਰਦੇ ਹਾਂ, ਸਰੀਰਕ ਪਾਪ, ਹੱਤਿਆ ਦੇ ਪਾਪ, ਹੱਤਿਆ ਦਾ ਪਾਪ ਮਤਲਬ ਭਰੂਣ ਹੱਤਿਆ ਦਾ ਪਾਪ, ਆਪਣੀ ਪਤਨੀ ਦੇ ਨਾਲ ਧੋਖਾ ਦੇਣ ਦਾ ਪਾਪ, ਵਿਵਚਾਰ ਦਾ ਪਾਪ, ਆਪਣੀ ਕਲੀਸਿਆ ਦੇ ਭਾਈ ਦੇ ਨਾਲ ਧੋਖਾ ਕਰਨ ਦਾ ਪਾਪ, ਇਹਨਾਂ ਗੱਲਾਂ ਦੇ ਨਾਲ ਬਾਈਬਲ ਦੱਸਦੀ ਹੈ ਪਵਿੱਤਰ ਆਤਮਾ ਸ਼ੋਕਿਤ ਹੁੰਦਾ ਹੈ, ਸ਼ੋਕਿਤ ਹੁੰਦਾ ਹੈ। ਅਸੀਂ ਉਹਨੂੰ ਸ਼ੋਕਿਤ ਨਹੀਂ ਕਰਨਾ ਹੈ। ਜਦੋਂ ਅਸੀਂ ਉਹਨੂੰ ਸ਼ੋਕਿਤ ਕਰਦੇ ਹਾਂ ਤਾਂ ਸਾਡੇ ਵਿੱਚ ਮਾਯੂਸੀ ਆ ਜਾਂਦੀ ਹੈ, ਕੰਗਾਲੀ ਆ ਜਾਂਦੀ ਹੈ। ਤਾਂ ਸਮਝ ਲੈਣਾ ਚਾਹੀਦਾ ਹੈ ਕਿ ਮੇਰੇ ਵਿੱਚ ਕੋਈ ਕਮੀ ਹੈ, ਮੈਂ ਪਰਮੇਸ਼ਰ ਦੇ ਕੋਲੋਂ ਉਸ ਫਲ ਨੂੰ ਪ੍ਰਾਪਤ ਕਰਾਂ ਮੁੜ ਕੇ। ਫਿਰ ਮੈਂ ਅੰਤ ਦੇ ਵਿੱਚ ਆਪ ਨੂੰ ਇੱਕ ਗੱਲ ਕਹਿ ਕੇ ਸਮਾਪਤੀ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਹੈ। ਬਾਈਬਲ ਦੱਸਦੀ ਹੈ ਕਿ ਸਾਨੂੰ ਮਸੀਹ ਨਾਲ ਰੁੱਝੇ ਰਹਿਣਾ ਚਾਹੀਦਾ ਹੈ, ਪਰਮੇਸ਼ਰ ਦੀ ਵਚਨ ਦੀ ਸੱਚਾਈ ਦੇ ਵਿੱਚ, ਤਾਂ ਉਹ ਸਾਨੂੰ ਆਪਣੇ ਵਿੱਚ ਧਨੀ ਕਰਦਾ ਹੈ ਅਤੇ ਧਨੀ ਹੋਣ ਦੇ ਲਈ ਸਾਡੇ ਨਾਲ ਗੱਲਾਂ ਕਰਦਾ ਹੈ। ਆਤਮਿਕ ਰੀਤੀ ਨਾਲ ਧਨੀ ਹੋ ਜਾਂਦੇ ਆ, ਮਾਨਸਿਕ ਰੀਤੀ ਨਾਲ ਧਨੀ ਹੋ ਜਾਂਦੇ ਆ, ਸਰੀਰਕ ਰੀਤੀ ਨਾਲ ਹਸ਼ਟ ਪੁਸ਼ਟ ਹੋ ਕੇ ਧਨੀ ਹੋ ਜਾਂਦੇ। ਤਿੰਨੇ ਚੀਜ਼ਾਂ ਦੀ ਉਹ ਵਿਰਾਸਤ ਮੇਰੇ ਜੀਵਨ ਦੇ ਵਿੱਚ ਮੈਨੂੰ ਦਿੰਦਾ। ਸਾਨੂੰ ਮਿਲੀਆਂ ਬਰਕਤਾਂ ਦੂਸਰਿਆਂ ਨਾਲ ਸਾਂਝੀਆਂ ਕਰਨ ਦਾ ਫਿਰ ਸਾਨੂੰ ਬਲ ਮਿਲਦਾ ਹੈ। ਆਪਣੇ ਲੋਕਾਂ ਲਈ ਪਰਮੇਸ਼ਵਰ ਦੀਆਂ ਸੋਚਾਂ ਸਾਡੇ ਲਈ ਪੂਰੀਆਂ ਹੋਣ ਤਾਂ ਤੁਹਾਡੇ ਵਿੱਚ ਕੋਈ ਕੰਗਾਲ ਨਹੀਂ ਹੋਵੇਗਾ, ਪਰਮੇਸ਼ਵਰ ਦਾ ਵਚਨ ਹੀ ਕਹਿੰਦਾ। ਇਸ ਲਈ ਜੇ ਅਸੀਂ ਪ੍ਰਭੂ ਨੂੰ ਸਵੀਕਾਰ ਨਹੀਂ ਕੀਤਾ ਹੈ ਤਾਂ ਅਸੀਂ ਕੰਗਾਲ ਹਾਂ। ਉਹਨੂੰ ਸਵੀਕਾਰ ਕਰੋ ਤਾਂ ਉਸ ਵਿੱਚ ਧਨੀ ਹੋ ਜਾਓ। ਜੇ ਵਿਸ਼ਵਾਸੀ ਹੋ ਕੇ ਪਾਪ ਆਪਣੇ ਵਿੱਚ ਰੱਖਿਆ ਹੈ, ਪਾਪ ਦੇ ਨਾਲ ਕੰਪਰੋਮਾਈਜ਼ ਕਰਕੇ ਚੱਲ ਰਹੇ ਹੋ, ਤਾਂ ਉਸ ਪਾਪ ਨੂੰ ਕੱਢ ਕੇ ਪਰਮੇਸ਼ਰ ਦੇ ਕੋਲ ਪਵਿੱਤਰਤਾ ਦੇ ਨਾਲ क्षमा ਮੰਗਦੇ ਹੋਏ, ਉਸ ਵਿੱਚ ਬਾਈਬਲ ਦੇ ਵਿੱਚ ਲਿਖਿਆ ਹੈ, ਜੇ ਅਸੀਂ ਆਪਣੇ ਪਾਪਾਂ ਨੂੰ ਉਹਦੇ ਅੱਗੇ ਮੰਨ ਲਈਏ ਤਾਂ ਸਾਡੇ ਸਾਰੇ ਪਾਪਾਂ ਨੂੰ ਮਾਫ ਕਰਨ ਦੇ ਲਈ ਵਿਸ਼ਵਾਸਯੋਗ ਧਰਮੀ ਪਰਮੇਸ਼ਰ ਹੈ। ਫਿਰ ਅਸੀਂ ਧਨੀ ਹੋ ਸਕਦੇ। ਪਿਆਰੋ, ਪਰਮੇਸ਼ਰ ਸਾਨੂੰ ਸਭ ਨੂੰ ਉਸ ਵਿੱਚ ਧਨੀ ਹੋਣ ਦੇ ਲਈ, ਕੰਗਾਲੀ ਤੋਂ ਧਨੀ ਹੋਣ ਦੇ ਲਈ ਸਾਡੀ ਮਦਦ ਕਰੇ। ਇਹ ਫੈਸਲਾ ਆਪਨੇ ਕਰਨਾ ਹੈ, ਮੈਂ ਧਨੀ ਹੋਣਾ ਹੈ ਜਾਂ ਕੰਗਾਲ। ਪ੍ਰਭੂ ਆਪ ਨੂੰ ਉਸ ਵਿੱਚ ਧਨੀ ਹੋਣ ਦੇ ਲਈ ਮਦਦ ਕਰੇ। ਜੈ ਮਸੀਹ ਦੀ। ਮਰਾਨਾਥਾ।